अस्सलाम वालेकुम। यार मैं जिन्ना भी ਥਾਮਸ ਵਿੱਚ ਜਿਹੜੇ ਨੇ ਪੈਸੇ ਇਨਵੈਸਟ ਕੀਤੇ ਨੇ, ਮੈਂ ਸਾਰਿਆਂ ਦਾ ਵੈਲ ਵਿਸ਼ਰ ਹਾਂ। ਅੱਲਾ ਕਰੇ ਜਿਹੜੇ ਉਹ ਵਿਡਰਾ ਨੇ ਉਹ 31 ਤਾਰੀਖ ਨੂੰ ਉਹ ਖੁੱਲਣ, ਓਪਨ ਹੋਣ, ਤੇ ਤੁਸੀਂ ਸਾਰੇ ਆਪਣੇ ਆਪਣੇ ਪੈਸੇ ਜਿਹੜੇ ਨੇ ਉਹ ਕਢਾਓ ਉਹਦੇ ਚੋਂ ਆਪਣੀ ਜ਼ਰੂਰਤ ਦੇ ਮੁਤਾਬਕ, ਜਾਂ ਸਾਰੇ, ਤੇ ਉਹ ਆਪਣੇ ਲੈਣ ਦੇਣ ਜਿਹੜੇ ਨੇ ਉਹ ਕਲੀਅਰ ਕਰੋ। ਜਿਹੜੀਆਂ ਤੁਹਾਡੀਆਂ ਖੁਆਇਸ਼ਾਂ ਨੇ, ਜਿਹੜੇ ਤੁਸੀਂ ਸੋਚਿਆ ਹੋਇਆ ਸੀ, ਜੋ ਤੁਹਾਡੇ ਦਿਮਾਗ ਵਿੱਚ ਸੀ, ਤੁਸੀਂ ਉਹਦੇ ਤੇ ਪੂਰਾ ਉਤਰੋ। ਮੈਂ ਬਿਲਕੁਲ ਵੀ ਨਹੀਂ ਇਹ ਚਾਹੁੰਦਾ ਕਿ ਤੁਹਾਡੇ ਵਿਡਰਾ ਜਿਹੜੇ ਨੇ ਉਹ ਬੰਦ ਰਹਿਣ, ਜਾਂ ਮਿਸਟਰ ਥਾਮਸ ਜਿਹੜਾ ਹੁਣੇ ਇਹਨਾਂ ਦਿਨਾਂ 'ਚ ਹੀ ਦੌੜ ਜਾਏ। ਬਿਲਕੁਲ ਵੀ ਮੇਰੀ ਇਹ ਖੁਆਇਸ਼ ਨਹੀਂ ਹੈ। ਮੈਂ ਤੇ ਅਸਲ ਵਿੱਚ ਜਿਹੜਾ ਇਹਦੇ ਮੈਕੈਨਿਜ਼ਮ ਹੈ ਉਹਦੇ ਤੇ ਗੱਲ ਕਰਨਾ ਵਾਂ ਕਿ ਇਹ ਮੈਕੈਨਿਜ਼ਮ ਜਿਹੜਾ ਹੈ ਉਹ ਬਿਲਕੁਲ ਵੀ ਇਸ ਕਾਬਲ ਨਹੀਂ ਹੈ, ਇਸ ਤਰ੍ਹਾਂ ਦਾ ਨਹੀਂ ਹੈ ਕਿ ਸਰਵਾਈਵ ਕਰ ਸਕੇ। ਕਿਉਂਕਿ ਜਿਹੜਾ ਸਰਵਾਈਵਲ ਹੁੰਦਾ ਹੈ ਉਹਦੀ ਕੁਝ ਬੇਸਿਸ ਹੁੰਦੀਆਂ ਨੇ, ਉਹਦੇ ਤੇ ਸਰਵਾਈਵਲ ਹੁੰਦਾ ਹੈ। ਬੇਸਿਸ ਤੋਂ ਬਗੈਰ ਸਰਵਾਈਵਲ ਜਿਹੜਾ ਮੁਮਕਿਨ ਨਹੀਂ। ਸਰਵਾਈਵਲ ਕਿਵੇਂ ਮੁਮਕਿਨ ਹੈ? ਸਰਵਾਈਵਲ ਇਸ ਤਰ੍ਹਾਂ ਹੈ ਕਿ ਜਾਂ ਤਾਂ ਤੁਹਾਡੇ ਕੋਲ ਕੋਈ ਪ੍ਰੋਡਕਸ਼ਨ ਹੋਏ, ਤੁਸੀਂ ਪ੍ਰੋਡਕਸ਼ਨ ਜਿਹੜੀ ਹੈ ਕੋਈ ਚੀਜ਼ ਪੈਦਾ ਕਰਕੇ, ਕੋਈ ਚੀਜ਼ ਬਣਾ ਕੇ ਤੁਸੀਂ ਪੈਸਾ ਕਮਾ ਸਕਦੇ ਹੋ। ਇਹ ਪੂਰੀ ਦੁਨੀਆ ਤੇ ਵੇ, ਆਲਮੀ ਮਾਈਸ਼ਤ ਦਾ ਇਹ ਕਾਨੂੰਨ ਹੈ। ਤੁਸੀਂ ਕੋਈ ਚੀਜ਼ ਜਿੰਨੀ ਦੇਰ ਤੱਕ ਪ੍ਰੋਡਕਟ ਨਹੀਂ ਕਰਦੇ, ਬਣਾਉਂਦੇ ਨਹੀਂ, ਤਿਆਰ ਨਹੀਂ ਕਰਦੇ, ਉਗਾਉਂਦੇ ਨਹੀਂ, ਤੁਸੀਂ ਪੈਸਾ ਜਿਹੜਾ ਸਰਮਾਇਆ ਉਹ ਨਹੀਂ ਕਮਾ ਸਕਦੇ। ਦੂਸਰਾ ਇਹ ਵੇ ਕਿ ਜਿਹੜਾ ਸਰਮਾਇਆ ਹੈ, ਜਿਹੜਾ ਪ੍ਰੋਡਕਸ਼ਨ ਹੈ, ਜਾਂ ਤੁਸੀਂ ਉਹਦਾ ਲੈਣ ਦੇਣ ਕਰਕੇ, ਤਜਾਰਤ ਕਰਕੇ ਤੁਸੀਂ ਪੈਸਾ ਕਮਾ ਸਕਦੇ ਹੋ। ਕਿ ਤੁਸੀਂ ਚੀਜ਼ ਜਿਹੜੀ ਉਹ ਫਰਜ਼ ਕਰੋ ਕੋਈ ਕੱਪੜੇ ਦਾ ਕਾਰੋਬਾਰ ਕਰਦਾ ਹੈ, ਤੇ ਉਹ ਕੱਪੜਾ ਜਿਹੜਾ ਉਹ ਲਾਹੌਰੋਂ ਲਿਆਏਗਾ, ਤੇ ਉਹ ਫਰੂਖਾਬਾਦ ਆ ਕੇ ਜਾਂ ਇਰਦ ਗਿਰਦ ਆ ਕੇ ਵੇਚੇਗਾ, ਤੇ ਉਹਦੇ 'ਚ ਉਹ ਜਿਹੜਾ ਉਹਦੀ ਬੱਚਤ ਹੈ ਉਹ ਲੈ ਕੇ ਤੇ ਸਰਮਾਇਆ ਜਿਹੜਾ ਹੈ ਉਹ ਆਪਣਾ ਇਕੱਠਾ ਕਰੇਗਾ। ਤੇ ਤੀਸਰਾ ਇਹ ਵੇ ਕਿ ਜਿਹੜੇ ਲੋਕ ਪੈਦਾਵਾਰ ਕਰ ਰਹੇ ਨੇ, ਪ੍ਰੋਡਕਸ਼ਨ ਕਰ ਰਹੇ ਨੇ, ਲੋਕ ਉਹਨਾਂ ਦੇ ਕੋਲ ਜਾ ਕੇ, ਉਹਨਾਂ ਫੈਕਟਰੀਆਂ ਜਾ ਕੇ ਮਜ਼ਦੂਰੀ ਕਰਕੇ ਜਾਂ ਮੁਲਾਜ਼ਮ ਰਹਿ ਕੇ, ਤੇ ਉਹ ਸਰਮਾਇਆ ਜਿਹੜਾ ਹੈ ਉਹ ਕਮਾ ਸਕਦੇ ਨੇ, ਜਿਹੜਾ ਕਿ ਬਹੁਤ ਥੋੜ੍ਹਾ ਹੁੰਦਾ ਹੈ। ਇਹ ਆਲਮੀ ਕਵਾਨੀਨ ਨੇ, ਪੂਰੀ ਦੁਨੀਆ 'ਤੇ ਇੰਝ ਹੀ ਚੱਲਦਾ ਹੈ। ਇੰਝ ਕਿਧਰੇ ਵੀ ਨਹੀਂ ਚੱਲਦਾ ਕਿ ਤੁਸੀਂ ਜਿਹੜਾ ਹੈ ਉਹ ਕੋਈ $500 ਜਿਹੜਾ ਇਨਵੈਸਟ ਕਰੋ ਅਤੇ ਉਹਦੇ ਨਾਲ ਤੁਸੀਂ ਇੱਕ ਮਹੀਨੇ ਦੇ ਵਿੱਚ $500 ਮਜ਼ੀਦ ਕਮਾ ਲਵੋ। ਇਸ ਤਰ੍ਹਾਂ ਜਿਹੜਾ ਹੈ ਉਹ ਖ਼ਵਾਬਜ਼ ਵਿੱਚ ਹੀ ਹੁੰਦਾ ਹੈ, ਜਾਂ ਪੂੰਜੀ ਸਕੀਮਜ਼ ਵਿੱਚ ਹੁੰਦਾ ਹੈ। ਮੈਂ ਗੱਲ ਕਰਨਾ ਚਾਹ ਰਿਹਾ ਹਾਂ ਤੁਹਾਡੇ ਨਾਲ ਕਿ ਗਰੋਥ ਜਿਹੜੀ ਹੈ ਉਹ ਕਿਸ ਤਰ੍ਹਾਂ ਹੁੰਦੀ ਹੈ। ਇਹਨੂੰ ਜ਼ਰਾ ਗੱਲ ਨੂੰ ਪੂਰੀ ਸਮਝਣ ਦੀ ਕੋਸ਼ਿਸ਼ ਕਰੋ, ਔਰ ਫਿਰ ਇਹਦਾ ਹੱਲ ਵੀ ਮੈਂ ਤੁਹਾਨੂੰ ਦੱਸਣਾ ਵਾ ਕਿ ਤੁਹਾਨੂੰ ਕਰਨਾ ਕੀ ਚਾਹੀਦਾ ਹੁਣ। ਇਹ ਦੋ ਤਰ੍ਹਾਂ ਦੀ ਗਰੋਥ ਹੁੰਦੀ, ਇੱਕ ਹੁੰਦੀ ਹੈ ਲੀਨੀਅਰ ਗਰੋਥ, ਤੇ ਇੱਕ ਹੁੰਦੀ ਹੈ ਐਕਸਪੋਨੈਂਸ਼ੀਅਲ ਗਰੋਥ। ਜਿਹੜੀ ਲੀਨੀਅਰ ਗਰੋਥ ਜਿਹੜੀ ਹੈ ਉਹਦੀ ਮੈਂ ਤੁਹਾਨੂੰ ਮਿਸਾਲ ਇੰਝ ਦਿੰਦਾ ਵਾਂ ਕਿ ਤੁਸੀਂ ਕੋਈ ਚੀਜ਼ ਜਿਹੜੀ ਹੈ, ਤੁਸੀਂ ਕੋਈ ਕੰਮ ਕਰ ਰਹੇ ਹੋ, ਕੋਈ ਕਾਰੋਬਾਰ ਕਰ ਰਹੇ ਹੋ, ਤੇ ਤੁਸੀਂ ਡੇਲੀ ਦਾ ਇੱਕ 100 ਰੁਪਈਆ ਜਿਹੜਾ ਹੈ ਉਹ ਸਾਈਡ ਤੇ ਕਰਨ ਡਏ ਹੋ। ਜਿਵੇਂ ਇੱਥੇ ਸਾਡੇ ਚੱਲਦਾ ਹੈ ਕਿ ਅਸੀਂ ਕੋਈ ਡੇਲੀ ਦੀ ਕਮੇਟੀ ਪਾ ਲੈਂਦੇ ਹਾਂ, 100 ਰੁਪਈਏ ਦੀ, 50 ਰੁਪਏ ਦੀ, 20 ਰੁਪਏ ਦੀ, 500 ਰੁਪਏ ਦੀ। ਤੇ ਉਹ ਇਹਨੂੰ ਕਹਿੰਦੇ ਨੇ ਲੀਨੀਅਰ ਗਰੋਥ। ਇਹ ਤਾਂ ਇੱਕ ਠੀਕ ਅਮਲ ਹੈ ਕਿ ਤੁਸੀਂ ਜਿਹੜਾ ਹੈ ਉਹ ਆਪਣਾ ਇੱਕ ਜਿਹੜੀ ਤੁਸੀਂ ਫਿਕਸ ਕੀਤੀ ਅਮਾਊਂਟ ਆਪਣੀ ਬੱਚਤ ਦੇ ਵਿੱਚੋਂ, ਕਿ ਇੰਨੇ ਕੁ ਮੈਂ ਵਿੱਚੋਂ ਕੱਢ ਲਵਾਂ, ਤੇ ਮੇਰਾ ਕਾਰੋਬਾਰ ਜਿਹੜਾ ਉਹ ਵਿੱਚੋਂ ਮੁਤਾਸਰ ਨਹੀਂ ਹੋਏਗਾ, ਉਹ ਚੱਲਦਾ ਰਹੇਗਾ। ਇਹ ਠੀਕ ਹੈ। ਦੂਸਰੀ ਹੁੰਦੀ ਹੈ ਐਕਸਪੋਨੈਂਸ਼ੀਅਲ ਗਰੋਥ। ਐਕਸਪੋਨੈਂਸ਼ੀਅਲ ਗਰੋਥ ਇਹ ਹੁੰਦੀ ਹੈ ਕਿ 2 ਦੇ ਨਾਲ 4, ਅਗਲੇ ਦਿਨ 8, ਅਗਲੇ ਦਿਨ 16, 32, 64, 128। ਇਸੇ ਤਰ੍ਹਾਂ ਇਹਨੂੰ ਤੁਸੀਂ ਜਿਹੜਾ ਹੈ ਇਹ ਗਰੋਥ ਨੂੰ ਇਹ ਵੱਧਦੀ ਹੈ, ਤੇ ਇਹ ਜਿਹੜਾ ਵੀ ਇਹ ਐਕਸਪੋਨੈਂਸ਼ੀਅਲ ਗਰੋਥ ਨਾਲ ਕੰਮ ਕਰਦਾ ਹੈ, ਉਹ ਕਦੀ ਵੀ ਜਿਹੜਾ ਹੈ ਉਹਦਾ ਸਰਵਾਈਵਲ ਨਹੀਂ ਹੁੰਦਾ। ਐਕਸਪੋਨੈਂਸ਼ੀਅਲ ਗਰੋਥ ਜਿਹੜੀ ਵੈਸੇ ਤੇ ਬੜੀ ਅੱਛੀ ਚੀਜ਼ ਹੈ, ਲੇਕਿਨ ਇਹ ਜਿਹੜੇ ਮਾਮਲਾਤ ਨੇ, ਕਿਉਂ ਕਿਉਂ ਇਹ ਬੁਰੀ ਹੈ, ਇਹ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਕਿ ਹਰ ਚੀਜ਼ ਜਿਹੜੀ ਹੈ ਉਹ ਮਹਿਦੂਦ ਹੈ। ਈਵਨ ਕਿ ਤੁਸੀਂ ਵੇਖੋ, ਅਗਰ ਬਰੋਡ ਵਿੱਚ ਵੇਖੋ, ਵਸੀਹ ਕੈਨਵਸ 'ਤੇ ਵੇਖੋ, ਤੁਹਾਡੀ ਜ਼ਮੀਨ ਵੀ ਜਿਹੜੀ ਉਹ ਲਿਮਟਿਡ ਹੈ, ਤੁਹਾਡਾ ਪਾਣੀ ਲਿਮਟਿਡ ਹੈ, ਤੁਹਾਡਾ ਆਇਲ ਲਿਮਟਿਡ ਹੈ, ਤੁਹਾਡਾ ਸੋਨਾ ਲਿਮਟਿਡ ਹੈ, ਤੁਹਾਡੀ ਸੋਚ ਜਿਹੜੀ ਹੈ ਉਹ ਵੀ, ਅਗਰ ਮਤਲਬ ਮੈਂ ਵੇਖਾਂ ਤੇ ਉਹ ਵੀ ਲਿਮਟਿਡ ਨੇ, ਮਹਿਦੂਦ ਨੇ। ਤੇ ਹਰ ਚੀਜ਼ ਜਿਸ ਟਾਈਮ ਲਿਮਟਿਡ ਹੈ, ਤੇ ਫਿਰ ਜਿਹੜੀ ਐਕਸਪੋਨੈਂਸ਼ੀਅਲ ਗਰੋਥ ਜਿਹੜੀ ਹੈ ਉਹ ਅਗਰ ਕਿਸੇ ਜਗ੍ਹਾ ਤੇ ਹੁੰਦੀ ਹੈ, ਤੇ ਬਾਕੀ ਉਹਦਾ ਇਰਦ ਗਿਰਦ ਜਿਹੜਾ ਹੈ, ਉਹਦਾ ਚਾਰ ਚਫੇਰਾ ਜਿਹੜਾ ਹੈ, ਉਹਦਾ ਆਲ ਦੁਆਲਾ, ਉਹ ਸਾਰੇ ਦਾ ਸਾਰਾ ਜਿਹੜਾ ਹੈ ਉਹ ਬਿਲਕੁਲ ਜਿਹੜਾ ਉਹ ਮਕਰੂਜ਼ ਹੋ ਜਾਂਦਾ ਹੈ, ਉਹ ਖਾਲੀ ਹੋ ਜਾਂਦਾ ਹੈ। ਉਹਦੇ ਕੋਲ ਬਾਕੀ ਆਲ ਦੁਆਲੇ ਕੋਲ ਕੱਖ ਨਹੀਂ ਰਹਿੰਦਾ। ਅਗਰ ਕੋਈ ਇੱਕ ਮੁਲਕ ਐਕਸਪੋਨੈਂਸ਼ੀਅਲ ਗਰੋਥ ਕਰਨ ਲੱਗ ਪਵੇ, ਕੋਈ ਇੱਕ ਬੰਦਾ ਐਕਸਪੋਨੈਂਸ਼ੀਅਲ ਗਰੋਥ ਕਰਨ ਲੱਗ ਪਵੇ, ਕਾਰੋਬਾਰ ਵਿੱਚ ਐਕਸਪੋਨੈਂਸ਼ੀਅਲ ਗਰੋਥ ਹੋਣ ਲੱਗ ਪਵੇ, ਜਾਂ ਸੂਦ ਦੇ ਫਰਜ਼ ਕਰੋ, ਸੂਦੀ ਨਿਜ਼ਾਮ ਜਿਸ ਤਰ੍ਹਾਂ ਬੈਂਕਿੰਗ ਨਿਜ਼ਾਮ ਹੈ, ਉੱਥੇ ਐਕਸਪੋਨੈਂਸ਼ੀਅਲ ਗਰੋਥ ਹੈ।
ਤੇ ਤੁਸੀਂ ਵੇਖੋ ਕਿ ਪਹਿਲੇ ਤੇ ਉਹ ਬਿਲਕੁਲ ਠੀਕ ਲੱਗਦਾ ਹੈ ਤੇ ਬਾਅਦ ਵਿੱਚ ਉਹ ਕਰਜ਼ ਤੇ ਕਰਜ਼ ਤੇ ਕਰਜ਼ ਤੇ ਕਰਜ਼ ਇੰਝ ਹੀ ਚੜ੍ਹ ਕੇ ਤੇ ਜਿਹੜਾ ਉਹ ਬੰਦਾ ਜਿਹਨੇ ਕਰਜ਼ ਲਿਆ ਹੁੰਦਾ ਹੈ ਉਹ ਦਿਵਾਲੀਆ ਹੋ ਜਾਂਦਾ ਹੈ। ਈਵਨ ਕਿ ਉਹਦੀਆਂ ਜ਼ਮੀਨਾਂ ਜਿਹੜੀਆਂ ਉਹਨੇ ਰੱਖੀਆਂ ਹੁੰਦੀਆਂ ਨੇ ਉਹਨਾਂ ਕੋਲ ਜ਼ਮਾਨਤ ਵਾਸਤੇ ਉਹ ਪਲੱਜ ਹੋ ਜਾਂਦੀਆਂ ਨੇ, ਉਹਨਾਂ ਦੀ ਬੋਲੀ ਲੱਗਣ ਲੱਗ ਪੈਂਦੀ, ਉਹ ਸੇਲ ਹੋ ਜਾਂਦੀਆਂ ਨੇ। ਤੇ ਇਹ ਗੱਲ ਜਿਹੜੀ ਹੈ ਇਹਨੂੰ ਸਮਝਾਉਣ ਵਾਸਤੇ ਥੋੜ੍ਹਾ ਜਿਹਾ ਟਾਈਮ ਚਾਹੀਦਾ ਹੈ, ਲੇਕਿਨ ਉਹ ਚੂँਕਿ ਜ਼ਾਹਰੀ ਗੱਲ ਹੈ ਇਹ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ। ਮੈਂ ਤੁਹਾਨੂੰ ਮੁਖਤਸਰ ਇਹ ਦੱਸਣਾ ਚਾਹੁੰਦਾ ਵਾਂ ਕਿ ਜਿਹੜਾ ਇਹ ਥਾਮਸ ਵਾਲਾ ਜਿਹੜਾ ਸਾਰਾ ਦਾ ਸਾਰਾ ਮੈਕੈਨਿਜ਼ਮ ਹੈ, ਇਹ ਬਿਲਕੁਲ ਹੀ ਜਿਹੜਾ ਹੈ ਇਹ ਫਰਾਡ ਤੇ ਵੇ। ਕਿਉਂ ਫਰਾਡ ਹੈ? ਇਸ ਵਜ੍ਹਾ ਤੋਂ ਕਿ ਤੁਸੀਂ ਜਿੰਨੇ ਪੈਸੇ ਇਨਵੈਸਟ ਕੀਤੇ ਨੇ ਉਹਦੇ ਨਾਲ ਇੰਨੀ ਪ੍ਰੋਫਿਟ ਜਿਹੜੀ ਹੈ ਉਹ ਕਿਸੇ ਸੂਰਤ ਕਿਸੇ ਜਗ੍ਹਾ ਤੇ ਵੀ ਨਹੀਂ ਆ ਸਕਦੀ। ਵੇਖੋ ਨਾ ਯਾਰ, ਉਹ ਕਿਵੇਂ ਇੱਕ ਮਿਸਾਲ ਹੈ ਕਿ ਕੋਈ ਬੰਦਾ ਕਿਧਰੇ ਗਿਆ ਤੇ ਉਹਨੇ ਆ ਕੇ ਆਪਾਂ ਬੇਲੀਆਂ ਨੂੰ ਦੱਸਣ ਡਿਆ, ਯਾਰ ਮੈਂ ਫਲਾਂ ਜਗ੍ਹਾ ਤੇ ਗਿਆ ਵਾਂ ਤੇ ਉੱਥੇ ਏਡੇ ਏਡੇ ਜਿਹੜੇ ਨੇ ਉਹ ਔਲੇ ਪਏ ਨੇ, ਚੰਦਰਾ ਪਿਆ ਹੈ, ਜਾਂ ਉਹਨੂੰ ਪੰਜਾਬੀ ਵਿੱਚ ਇੱਕ ਆਂਦੇ ਨੇ ਕਿ ਗੜਾ ਪਿਆ ਹੈ, ਤੇ ਪਰ ਨੁਕਸਾਨ ਕੋਈ ਨਹੀਂ ਹੋਇਆ। ਉਹ ਸੁਣਨ ਵਾਲੇ ਇਹ ਕਹਿੰਦੇ ਨੇ, ਯਾਰ ਜਾਂ ਤੇ ਜਿਹੜਾ ਔਲੇ ਨੇ ਉਹਨਾਂ ਦਾ ਸਾਈਜ਼ ਘੱਟ ਕਰ ਤੇ ਜਾਂ ਫਿਰ ਕੋਈ ਨੁਕਸਾਨ ਕਰ। ਭਾਈ ਇਹ ਜਿਹੜਾ ਹੈ ਜਿਹੜਾ ਮੈਕੈਨਿਜ਼ਮ ਹੈ ਜਿਸ ਹਿਸਾਬ ਦੇ ਨਾਲ ਇਹ ਪ੍ਰੋਫਿਟ ਜਿਹੜੀ ਉਹ ਤੁਹਾਨੂੰ ਦੇ ਰਿਹਾ ਹੈ, ਇਸ ਹਿਸਾਬ ਦੇ ਨਾਲ ਪਿੱਛੇ ਜਿਹੜੀ ਹੈ ਗਰੋਥ ਕਿਸੇ ਮਾਮਲੇ 'ਚ ਵੀ ਨਹੀਂ ਮੁਮਕਨ। ਕਿਸੇ ਜਿਹੜੀ ਕੋਈ ਵੀ ਬੇਸ ਹੈ ਉਹਦੇ ਤੇ ਇਹ ਮੁਮਕਨ ਨਹੀਂ ਹੈ, ਭਾਵੇਂ ਤੈਨੂੰ ਇਹਨੂੰ ਆਨਲਾਈਨ ਤੇ ਆ ਜਾਓ ਤੇ ਭਾਵੇਂ ਫਿਜ਼ੀਕਲੀ ਆ ਜਾਓ, ਇਸ ਤਰ੍ਹਾਂ ਗਰੋਥ ਮੁਮਕਨ ਨਹੀਂ ਤੇ ਨਾ ਹੀ ਇਸ ਤਰ੍ਹਾਂ ਜਿਹੜਾ ਉਹ ਦਿੱਤਾ ਜਾ ਸਕਦਾ ਹੈ। ਸਾਡੇ ਹੀ ਪੈਸੇ ਜਿਹੜੇ ਨੇ ਉਹ ਤੁਹਾਨੂੰ ਜਿਹੜੇ ਨੇ ਉਹ ਮਿਲ ਰਹੇ ਨੇ, ਮਸਲਨ ਕਿ ਤੁਸੀਂ ਜਿਸ ਤਰ੍ਹਾਂ ਅਗਲੇ ਮੈਂਬਰ ਜਿਹੜੇ ਨੇ ਉਹ ਸ਼ਾਮਲ ਕਰਦੇ ਹੋ ਤਾਂ ਉਹਦੇ 'ਚ ਹੀ ਤੁਹਾਨੂੰ 20% 30% ਤੁਹਾਡਾ ਹਿੱਸਾ ਤੁਹਾਨੂੰ ਮਿਲ ਰਿਹਾ ਹੈ। ਤੇ ਇੰਝ ਹੀ ਇਹਦੇ 'ਚ ਲੋਕ ਜਿਹੜੇ ਨੇ ਦਿਨ ਦਿਹਾੜੇ ਉਹ ਸ਼ਾਮਲ ਹੋ ਰਹੇ ਨੇ, ਬਹੁਤ ਜ਼ਿਆਦਾ ਹੋ ਰਹੇ ਨੇ। ਤੇ ਜਿਹੜੇ ਜਿਸ ਤਰ੍ਹਾਂ ਲੋਕ ਸ਼ਾਮਲ ਹੋ ਰਹੇ ਨੇ ਨਾ, ਤੇ ਇਹਦੀ ਵੀ ਤੁਸੀਂ ਇਹਨੂੰ ਵੀ ਅਗਰ ਐਕਸਪੋਨੈਂਸ਼ੀਅਲ ਗਰੋਥ ਤੇ ਤੁਸੀਂ ਲੈ ਕੇ ਆਉਂਦੇ ਹੋ ਤੇ ਜਿਸ ਤਰ੍ਹਾਂ ਇੱਕ ਬੰਦਾ, ਮੈਂ ਪਹਿਲੇ 2-3 ਵਾਰੀ ਮਿਸਾਲ ਦੇ ਚੁੱਕਿਆ ਕਿ 3 ਅੱਗੇ ਮੈਂਬਰ ਬਣਾਉਂਦਾ ਹੈ, 3 ਅੱਗੋਂ ਜਿਹੜੇ 9 ਬਣਾਉਂਦੇ, 9 27 ਬਣਾਉਂਦੇ ਨੇ, ਤੇ ਇੱਕ ਟਾਈਮ ਐਸਾ ਆਉਂਦਾ ਹੈ ਕਿ ਇਹ ਅੱਗੋਂ ਬੰਦੇ ਵੀ ਖਤਮ ਹੋ ਜਾਂਦੇ ਨੇ। ਠੀਕ ਹੈ, ਤੇ ਉੱਥੇ ਉਹ ਗਰੋਥ ਜਿਹੜੀ ਹੈ ਉਹਨੇ ਕਿੱਥੇ ਜਾਣਾ ਹੈ? ਉਹ ਤੇ ਉੱਥੇ ਹਰ ਚੀਜ਼ ਸਟਾਪ ਹੋ ਗਈ ਨਾ। ਉਹ ਜਿਹੜੇ ਨੇ ਇੱਕ ਟਾਈਮ ਆਉਂਦਾ ਹੈ ਕਿ ਫਿਰ ਇਹਨਾਂ ਪੂੰਜੀ ਸਕੀਮਾਂ ਨੂੰ ਜਿਹੜਾ ਉਹ ਨੱਸਣਾ ਪੈਂਦਾ ਹੈ। ਮੈਂ ਬਿਲਕੁਲ ਨਹੀਂ ਕਹਿੰਦਾ ਕਿ ਜਾਂ ਮੇਰੀ ਇਹ ਬਿਲਕੁਲ ਵੀ ਖੁਆਇਸ਼ ਨਹੀਂ ਹੈ ਕਿ ਉਹ ਈਦ ਤੋਂ ਬਾਅਦ 31 ਤਾਰੀਖ ਨੂੰ ਵਿਡਰਾ ਜਿਹੜਾ ਹੈ ਉਹ ਨਾ ਉਹ ਖੋਲੇ। ਮੇਰੀ ਖੁਆਇਸ਼ ਹੈ, ਮੇਰੀ ਦੁਆ ਹੈ ਕਿ ਉਹ ਵਿਡਰਾ ਜਿਹੜਾ ਹੈ ਥਾਮਸ ਜਿਹੜਾ ਉਹ ਖੋਲੇ। ਤੇ ਤੁਸੀਂ ਉਸ ਤੋਂ ਬਾਅਦ ਕਰਨਾ ਕੀ ਹੈ ਵੀ ਜ਼ਰਾ ਸੁਣ ਲਓ ਮੁਖਤਸਰ ਜਿਹਾ। ਕਰੋ ਇਸ ਤਰ੍ਹਾਂ ਕਿ ਇਹ ਤੁਹਾਡੇ ਤੇ ਤੁਹਾਡੇ ਅੱਗੇ ਰਿਕੁਐਸਟ ਹੈ, ਅਗਰ ਤੁਹਾਨੂੰ ਪੂਰੀ ਗੱਲ ਦੀ ਸਮਝ ਨਹੀਂ ਆ ਰਹੀ, ਕਿ ਉਹਨੂੰ ਤੁਸੀਂ ਆਪਣੇ ਜਿਹੜੇ ਪੈਸੇ ਜਿਹੜੇ ਤੇ ਜਿਨ੍ਹਾਂ ਤੇ ਉਹ $500 ਆਪਣਾ ਪੂਰਾ ਕਰ ਲਿਆ ਹੋਇਆ ਹੈ, ਉਹ ਇਸ ਤਰ੍ਹਾਂ ਕਰਨ ਕਿ ਉਹਨਾਂ ਕੋਲ ਫਰਜ਼ ਕਰੋ ਕੋਈ $10,000 ਇਕੱਠਾ ਹੋਇਆ ਹੈ, ਕੋਈ $20,000 ਇਕੱਠਾ ਹੋਇਆ ਹੈ, ਜਾਂ ਜਿੰਨਾ ਵੀ ਡਾਲਰ ਇਕੱਠਾ ਹੋਇਆ ਉਹ ਆਪਣਾ $500 ਵਿੱਚ ਰੱਖਣ ਤੇ ਬਾਕੀ ਸਾਰੇ ਆਪਣਾ ਕਢਵਾ ਕੇ ਤੇ ਜਿਹੜਾ ਵੀ ਉਹ ਕਾਰੋਬਾਰ ਕਰ ਰਹੇ ਨੇ ਉਹਦੇ 'ਚੋਂ ਇਨਵੈਸਟ ਕਰਨ, ਉਹਦੇ ਤੋਂ ਉਹ ਜਾ ਕੇ ਪੈਸਾ ਅੱਗੇ ਕਮਾਉਣ। ਅਗਰ ਉਹ ਕਾਰੋਬਾਰ ਨਹੀਂ ਕਰ ਰਹੇ ਤਾਂ ਉਹਨਾਂ ਕੋਲ ਸੁਨਹਿਰੀ ਮੌਕਾ ਹੈ ਕਿ ਉਹ ਪੈਸੇ ਜਿਹੜੇ ਨੇ 500 ਤੋਂ ਉੱਪਰ ਵਾਲੇ ਜਿਹੜੇ ਨੇ ਉਹ ਕਢਵਾਉਣ ਤੇ ਉਹਦਾ ਕੋਈ ਕਾਰੋਬਾਰ ਸ਼ੁਰੂ ਕਰਨ। ਉਹ ਕਾਰੋਬਾਰ ਤੋਂ ਆਪਣੇ ਬੱਚਿਆਂ ਦਾ ਆਪਣਾ ਰਿਜ਼ਕ ਜਿਹੜਾ ਹੈ ਉਹ ਕਮਾਉਣ। ਤੇ ਤੀਸਰੀ ਗੱਲ ਜਿਹੜੀ ਹੈ ਉਹ ਸਭ ਤੋਂ ਅਹਿਮ ਹੈ ਕਿ ਜਿਹੜੇ ਤੁਸੀਂ ਅੱਗੋਂ ਮੈਂਬਰ ਸ਼ਾਮਲ ਕਰ ਰਹੇ ਨੇ ਕਰ ਰਹੇ ਹੋ, ਉਹਨਾਂ ਦੀ ਸਤਾਤ ਵੇਖੋ ਕਿ ਕਿਆ ਉਹ $500 ਦੀ ਉਹਨਾਂ ਦੀ ਸਤਾਤ ਹੈ ਵੇ ਕਿ ਅਗਰ ਕੱਲ੍ਹ ਨੂੰ ਇਹ ਦੌੜ ਵੀ ਜਾਂਦੀ ਹੈ ਤੇ ਉਹਨਾਂ ਨੂੰ ਕੋਈ ਫਰਕ ਨਾ ਪਵੇ। ਅਗਰ ਤਾਂ ਇਸ ਤਰ੍ਹਾਂ ਦਾ ਕੋਈ ਮੈਂਬਰ ਤੁਹਾਨੂੰ ਮਿਲਦਾ ਹੈ ਤਾਂ ਉਹਨੂੰ ਸ਼ਾਮਲ ਕਰੋ, ਬਲਕਿ ਉਹਨੂੰ ਦੱਸੋ ਇਹ ਵੀ ਇਹ ਪੂੰਜੀ ਸਕੀਮ ਹੈ, ਇਹ ਜਿੰਨੀ ਦੇਰ ਵੀ ਚੱਲੀ ਇਹ ਤੇਰੀ ਲੱਕ ਹੈ, ਤੇਰੀ ਕਿਸਮਤ ਹੈ। ਠੀਕ ਹੈ, ਇਹਦੇ ਅਸੀਂ ਜ਼ਿੰਮੇਦਾਰ ਨਹੀਂ ਹੈ। ਤੀਸਰੀ ਗੱਲ ਕਿ ਅਗਰ ਤੁਸੀਂ ਕੋਈ ਭਲਾ ਕਰਨਾ ਚਾਹੁੰਦੇ ਹੋ, ਜਿਹੜਾ ਕਿ ਮੈਂ ਪਿਛਲੀ ਵੀਡੀਓ 'ਚ ਵੀ ਆਖਿਆ ਹੈ, ਤੇ ਜਿਹੜੇ ਪੈਸੇ ਬਹੁਤ ਜ਼ਿਆਦਾ ਅਰਨ ਕਰ ਚੁੱਕੇ ਨੇ ਉਹਨਾਂ ਦੇ ਮੈਂਬਰ ਪੂਰੇ ਨਹੀਂ ਹੋ ਰਹੇ ਤੇ ਉਹਨਾਂ ਆਪਣੇ ਮੈਂਬਰ ਪੂਰੇ ਕਰਨੇ ਨੇ, ਜਾਂ ਆਪਣੇ ਅੱਗੋਂ ਲੱਗਦਿਆਂ ਲੈਂਦਿਆਂ ਨੇ ਆਪਣੇ ਭੈਣਾਂ ਭਰਾਵਾਂ ਦੇ ਮੈਂਬਰ ਪੂਰੇ ਕਰਨੇ ਨੇ, ਤੇ ਉਹਨਾਂ ਨੂੰ ਤੁਸੀਂ ਅਕਾਊਂਟ ਬਣਾ ਕੇ ਦਿਓ, ਉਹਨਾਂ ਨੂੰ ਡਾਲਰ ਦਿਓ। ਜਿਸ ਟਾਈਮ ਉਹ ਅਕਾਊਂਟ ਪੂਰਾ ਹੋ ਜਾਏ, ਤੁਹਾਡੇ ਡਾਲਰ ਪੂਰੇ ਹੋ ਜਾਣ, ਆਪਣੇ ਵਾਪਸ ਨਹੀਂ ਲਵੋ ਤੇ ਉਹਨੂੰ ਕਹੋ ਜਾਂ ਉਹਦੇ ਨਾਲ ਫਿਕਸ ਕਰ ਲਓ ਕਿ ਯਾਰ ਤੇਰੇ ਤੋਂ ਅਸੀਂ 10% ਜ਼ਿਆਦਾ ਲਵਾਂਗੇ, 20% ਜ਼ਿਆਦਾ ਲਵਾਂਗੇ। ਉਹ ਆਪਣੇ ਤੁਸੀਂ ਲਓ ਤੇ ਬਾਕੀ ਜਿਹੜਾ ਉਹ ਵੀ ਖਾਏ ਤੇ ਤੁਸੀਂ ਵੀ ਖਾਓ, ਉਹਦਾ ਨੁਕਸਾਨ ਨਾ ਕਮ ਅਜ਼ ਕਮ ਹੋਵੇ।